Hello everyone, welcome to Victor's Knowledge. This is Chinu Sharma, and today I'm going to take up a very important thing, that is apps and portals from 2021. So जिन्ने भी गवर्नमेंट ਦੇ ਦੁਆਰਾ launched important apps ਨੇ portals ਨੇ ਉਹ ਸਾਰੇ ਮੈਂ ਅੱਜ ਇਸ ਲੈਕਚਰ ਦੇ ਅੰਦਰ ਤੁਹਾਡੇ ਨਾਲ ਡਿਸਕਸ ਕਰੂੰਗੀ ਤੇ ਸਪੈਸ਼ਲੀ ਜਿਹੜੇ ਸਟੂਡੈਂਟਸ ਨਾਇਬ ਤਹਿਸੀਲਦਾਰ ਐਗਜ਼ਾਮ ਦੇਣ ਜਾ ਰਹੇ ਨੇ ਉਹਨਾਂ ਦੇ ਲਈ ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਪੇਪਰ ਦੇ ਵਿੱਚ 3 ਤੋਂ 4 ਕੁਐਸਚਨ ਕਰੰਟ ਅਫੇਅਰ ਦੇ ਇਹਨਾਂ ਦੇ ਵਿੱਚੋਂ ਐਕਸਪੈਕਟ ਕਰ ਸਕਦੇ ਹੋ ਸੋ ਪਲੀਜ਼ ਡੂ ਨਾਟ ਮਿਸ this lecture. Also, before moving further, if you're interested in buying mock test or notes for GS part or any video course for Naib Tehsildar exam, you can send email on legalvictor02896@gmail.com. Also, if you're visiting my channel for the first time, please do subscribe to it. ਸੋ ਸਟਾਰਟਿੰਗ ਵਿਦ ਦੀ ਮੋਬਾਈਲ ਐਪ, ਸਭ ਤੋਂ ਪਹਿਲਾ ਐਪ ਹੈ ਰਾਜ ਕਿਸਾਨ ਆਰਗੈਨਿਕ। ਇਹਨੂੰ ਲਾਂਚ ਕੀਤਾ ਸੀ ਐਗਰੀਕਲਚਰ ਮਿਨਿਸਟਰ ਆਫ ਰਾਜਸਥਾਨ ਲਾਲਚੰਦ ਕੰਟਾਰੀਆ ਜੀ ਨੇ। ਸੋ ਰਾਜ ਕਿਸਾਨ ਆਰਗੈਨਿਕ ਰਾਜਸਥਾਨ ਦੇ ਫਾਰਮਰਸ ਦੇ ਲਈ ਇੱਕ ਮੋਬਾਈਲ ਐਪ ਲਾਂਚ ਕੀਤਾ ਗਿਆ। ਇਹਦੇ ਨਾਲ ਬੇਸਿਕਲੀ ਕੀ ਹੈ ਕਿ ਜਿੰਨੇ ਵੀ ਆਰਗੈਨਿਕ ਪ੍ਰੋਡਕਟ ਨੇ ਜੋ ਰਾਜਸਥਾਨ ਸਟੇਟ ਦੇ ਅੰਦਰ ਪ੍ਰੋਡਿਊਸ ਕੀਤੇ ਜਾਣਗੇ ਕਿਸਾਨਾਂ ਦੇ ਦੁਆਰਾ, ਸੋ ਫਾਰਮਰਸ ਤੇ ਕੰਜ਼ਿਊਮਰ ਨੂੰ ਇੱਕ ਘਰੇ ਬੈਠੇ ਆਨਲਾਈਨ ਪਲੇਟਫਾਰਮ ਦਿੱਤਾ ਜਾ ਰਿਹਾ ਹੈ ਇਸ ਮੋਬਾਈਲ ਦੇ ਜ਼ਰੀਏ for sale and purchase of organic product. So this app will help farmer and consumer to perform online purchase and sale activities of organic products in the state. ਤੇ ਉਰੇ ਕਿਹੜੀ ਸਟੇਟ ਦੀ ਗੱਲ ਹੋ ਰਹੀ ਹੈ? ਰਾਜਸਥਾਨ। ਨੈਕਸਟ ਹੈ CP ਗ੍ਰਾਮਸ। ਯੂਨੀਅਨ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਇਹਨੂੰ ਲਾਂਚ ਕੀਤਾ ਸੀ। ਬੇਸਿਕਲੀ ਇਹਦੇ ਨਾਲ ਕੀ ਹੈ, ਜਦੋਂ ਵੀ ਕਿਤੇ ਕੋਈ ਹਿਊਮਨ ਇੰਟਰਵੈਂਸ਼ਨ ਹੋਊਗੀ ਉਸ ਚੀਜ਼ ਨੂੰ ਘਟਾਉਣ ਦੇ ਲਈ, ਲੋਕਾਂ ਦੀ ਇੰਟਰਵੈਂਸ਼ਨ ਨੂੰ ਘਟਾਉਣ ਦੇ ਲਈ, ਉਹਨਾਂ ਦਾ ਸਮਾਂ ਬਚਾਉਣ ਦੇ ਲਈ ਇਸ ਐਪ ਨੂੰ ਲਾਂਚ ਕੀਤਾ ਗਿਆ। ਨੈਕਸਟ ਹੈ ਮਤਸਿਆ ਸੇਤੂ। ਵੈਰੀ ਇੰਪੋਰਟੈਂਟ, ਐਗਜ਼ਾਮ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਨੇ, ਸਪੈਸ਼ਲੀ PPSC ਦੇ ਐਗਜ਼ਾਮ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਆਮ ਤੌਰ ਤੇ ਦੇਖਣ ਨੂੰ ਮਿਲਦੇ ਆ। ਇਹਨੂੰ ਲਾਂਚ ਕੀਤਾ ਹੈ ਯੂਨੀਅਨ ਮਿਨਿਸਟਰ ਫਾਰ ਫਿਸ਼ਰੀ ਐਨੀਮਲ ਹਸਬੈਂਡਰੀ ਐਂਡ ਡੇਅਰਿੰਗ ਗਿਰੀਰਾਜ ਸਿੰਘ ਨੇ। ਇਹਦਾ ਮੇਨ ਆਬਜੈਕਟਿਵ ਹੈ ਜੋ ਵੀ ਲੇਟੈਸਟ ਫਰੈਸ਼ ਵਾਟਰ ਐਕਵਾਕਲਚਰ ਟੈਕਨੋਲੋਜੀ ਨੇ ਉਹਨਾਂ ਨੂੰ, ਜਿਹੜੇ ਵੀ ਫਿਸ਼ਿੰਗ ਵਗੈਰਾ ਕਰਦੇ ਨੇ ਐਕਵਾ ਫਾਰਮਰਸ ਨੇ, ਉਹਨਾਂ ਤੱਕ ਟੈਕਨੋਲੋਜੀ ਨੂੰ ਪਹੁੰਚਾਉਣਾ, ਉਹਦੀ ਜਾਣਕਾਰੀ ਦੇਣੀ। ਸੋ ਮਤਸਿਆ ਸੇਤੂ ਐਪ ਇਜ਼ ਵੈਰੀ ਇੰਪੋਰਟੈਂਟ। ਸੋ ਜਿਹੜੇ ਵੀ ਮੈਂ ਤੁਹਾਨੂੰ ਪੋਰਟਲ ਐਪ ਸਟਾਰ ਮਾਰਕ ਕਰਵਾ ਰਹੀ ਹਾਂ, ਇਹਨਾਂ ਨੂੰ ਤੁਸੀਂ ਰਿਵੀਜ਼ਨ ਦੇ ਟਾਈਮ ਜ਼ਿਆਦਾ ਫੋਕਸ ਦੇ ਕੇ ਤਿਆਰ ਕਰਨਾ। ਨੈਕਸਟ ਹੈ ਆਤਮ ਨਿਰਭਰ ਕ੍ਰਿਸ਼ੀ ਐਪ। ਇਹਨੂੰ ਲਾਂਚ ਕੀਤਾ ਭਾਰਤ ਸਰਕਾਰ ਦੇ ਆਫਿਸ ਆਫ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਨੇ। ਇਹਦੇ ਨਾਲ ਕਿਸਾਨਾਂ ਨੂੰ ਇੱਕ ਟਾਈਮ ਟੂ ਟਾਈਮ ਡੇਟਾ ਦਿੱਤਾ ਜਾਊਗਾ ਜਿਹਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਉਹਨਾਂ ਨੇ ਜਦੋਂ ਕੋਈ ਫਸਲ ਉਗਾਈ ਹੈ ਤਾਂ ਆਉਣ ਵਾਲਾ ਵੈਦਰ ਕਿਸ ਤਰ੍ਹਾਂ ਦਾ, ਉਹਨਾਂ ਨੂੰ ਅਲਰਟਸ ਮਿਲਦੇ ਰਹਿਣਗੇ। ਸੋ ਉਸ ਤਰੀਕੇ ਦੇ ਨਾਲ ਆਪਣੀ ਉਹ ਫਸਲ ਨੂੰ ਬਚਾਉਣ ਦੇ ਪਹਿਲਾਂ ਹੀ ਪ੍ਰਬੰਧ ਕਰ ਸਕਦੇ ਨੇ। ਨੈਕਸਟ ਹੈ NSDC ਐਂਡ WhatsApp ਡਿਜੀਟਲ ਸਕਿੱਲ ਚੈਂਪੀਅਨ ਪ੍ਰੋਗਰਾਮ। ਇਸ ਮੇਨ ਇਨੀਸ਼ੀਏਟਿਵ ਦੇ ਅੰਦਰ ਇਹਨੂੰ ਲਾਂਚ ਕੀਤਾ ਗਿਆ। ਸੋ NSDC ਤੇ WhatsApp ਦੋਨੋਂ ਮਿਲ ਕੇ ਜਿਹੜੇ ਭਾਰਤ ਦਾ ਯੂਥ ਹੈ ਉਹਨੂੰ ਡਿਜੀਟਲ ਸਕਿੱਲ ਦੇਣਗੇ ਸੋ ਦੈਟ ਉਹ ਫਿਊਚਰ ਦੇ ਵਿੱਚ ਜੌਬ ਲੈਣ ਦੇ ਲਈ, ਇੰਪਲੋਇਮੈਂਟ ਦੇ ਲਈ ਕੇਪੇਬਲ ਹੋ ਸਕਣ। ਨੈਕਸਟ ਇਜ਼ ਯੋਗ ਐਪ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਲਾਂਚ ਕੀਤਾ। ਇਹਦੇ ਅੰਦਰ ਅਲੱਗ-ਅਲੱਗ ਲੈਂਗੁਏਜਸ ਦੇ ਅੰਦਰ, ਸਪੈਸ਼ਲੀ ਰੀਜਨਲ ਲੈਂਗੁਏਜਸ ਦੇ ਅੰਦਰ, ਨਾਲ ਹੀ ਪੂਰੀ ਦੁਨੀਆ 'ਚ ਰਹਿਣ ਵਾਲੇ ਲੋਕਾਂ ਦੇ ਲਈ ਜਿਹੜੀ ਵੀ ਉਹਨਾਂ ਦੀ ਆਪਣੀ ਨੇਟਿਵ ਲੈਂਗੁਏਜ ਹੈ ਉਹਦੇ ਵਿੱਚ ਯੋਗਾ ਟ੍ਰੇਨਿੰਗ ਵੀਡੀਓਜ਼ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਸੋ ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ। Next is 7 ACCR portal and third version of Ayush Sanjeevani app. ਸੋ ਜਿਹੜਾ ਪੋਰਟਲ ਤੇ ਐਪ ਹੈ ਇਹਨੂੰ ਡਿਵੈਲਪ ਕੀਤਾ ਹੈ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਨੇ ਤੇ ਇਹਨੂੰ ਲਾਂਚ ਕੀਤਾ ਹੈ ਮਿਨਿਸਟਰ ਆਫ ਸਟੇਟ ਫॉर ਯੂਥ ਅਫੇਅਰ ਐਂਡ ਸਪੋਰਟ ਆਯੂਸ਼ ਕਿਰਨ ਰਿਜੀਜੂ। ਨੈਕਸਟ ਹੈ ਆਡੀਓ ਵਿਜ਼ੂਅਲ ਗਾਈਡ ਐਪ, ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਦੇ ਦੁਆਰਾ ਇਹਨੂੰ ਲਾਂਚ ਕੀਤਾ ਹੈ। ਸੋ ਜਿੰਨੇ ਵੀ ਮਿਊਜ਼ੀਅਮ ਵੀਅਰਸ ਨੇ ਉਹ ਇਹਦੇ ਅੰਦਰ ਕੀ ਹੈ ਇਸ ਐਪ ਦੇ ਜ਼ਰੀਏ ਜੋ ਵੀ ਐਨੈਕਡੋਟਸ ਨੇ, ਸਟੋਰੀਜ਼ ਨੇ ਇੰਡੀਆ ਦੇ ਮਾਡਰਨ ਆਰਟ ਨੂੰ ਲੈ ਕੇ, ਜਦੋਂ ਵੀ ਉਸ ਗੈਲਰੀ ਦੇ ਅੰਦਰ ਜਾਣਗੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਸੁਣ ਸਕਦੇ ਨੇ। ਦੈਨ ਇਜ਼ ਹਿੱਟ ਕੋਵਿਡ ਐਪ, ਹੋਮ ਆਈਸੋਲੇਸ਼ਨ ਟਰੈਕਿੰਗ। ਇਹ ਬਿਹਾਰ ਦੇ CM ਨਿਤਿਸ਼ ਕੁਮਾਰ ਨੇ ਲਾਂਚ ਕੀਤੀ ਸੀ। ਸੋ ਜਿਹੜੇ ਵੀ ਪੇਸ਼ੈਂਟਸ ਸਟੇਟ ਦੇ ਅੰਦਰ, ਬਿਹਾਰ ਸਟੇਟ ਦੇ ਅੰਦਰ ਹੋਮ ਆਈਸੋਲੇਸ਼ਨ ਵਿੱਚ ਸੀ COVID-19 ਪੈਂਡੈਮਿਕ ਦੇ ਦੌਰਾਨ, ਉਹਨਾਂ ਦਾ ਟਰੈਕ ਰੱਖਣ ਦੇ ਲਈ, ਮੋਨੀਟਰ ਕਰਨ ਦੇ ਲਈ ਇਸ ਐਪ ਨੂੰ ਲਾਂਚ ਕੀਤਾ ਸੀ। ਸੋ ਹਿੱਟ ਦੀ ਤੁਹਾਨੂੰ ਫੁੱਲ ਫਾਰਮ ਜ਼ਰੂਰ ਪਤਾ ਹੋਣੀ ਚਾਹੀਦੀ ਹੈ, ਹੋਮ ਆਈਸੋਲੇਸ਼ਨ ਟਰੈਕਿੰਗ। ਮਾਨਸ ਐਪ, ਵੈਰੀ ਇੰਪੋਰਟੈਂਟ।
ਇੰਡੀਆ ਦੇ ਅੰਦਰ ਜਿੰਨੇ ਵੀ ਏਜ ਗਰੁੱਪਸ ਨੇ ਅਲੱਗ-ਅਲੱਗ ਸਾਰਿਆਂ ਦਾ ਇੱਕ ਮੈਂਟਲ ਵੈਲਬੀਇੰਗ, ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਹੈ, ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ, ਉਹਨੂੰ ਪ੍ਰਮੋਟ ਕਰਨ ਦੇ ਲਈ, ਉਹਨੂੰ ਸਹੀ ਰੱਖਣ ਦੇ ਲਈ, ਉਹਦੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਮਾਨਸ ਐਪ ਨੂੰ ਲਾਂਚ ਕੀਤਾ ਸੀ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰੀ ਕੇ ਵਿਜੇ ਰਾਘਵਨ ਨੇ। ਨੈਕਸਟ ਇਜ਼ ਮੇਰਾ ਰਾਸ਼ਨ ਮੋਬਾਈਲ ਐਪ ਗਵਰਨਮੈਂਟ ਆਫ ਇੰਡੀਆ। ਸੋ ਇਹਦੇ ਅੰਦਰ ਜਿਹੜੀ ਵੀ ਨੇੜੇ ਦੀ ਕਿਸੇ ਵੀ ਨਾਗਰਿਕ ਦੇ ਫੇਅਰ ਪ੍ਰਾਈਸ ਸ਼ਾਪ ਹੋਗੀ, ਰਾਸ਼ਨ ਸ਼ਾਪ ਹੋਗੀ, ਉਹਦੀ ਜਾਣਕਾਰੀ ਤੁਹਾਨੂੰ ਘਰੇ ਬੈਠੇ ਮੋਬਾਈਲ ਐਪ ਦੇ ਜ਼ਰੀਏ ਮਿਲ ਜੂਗੀ। ਨੈਕਸਟ ਹੈ ਈ ਛਾਉਣੀ ਪੋਰਟਲ ਐਂਡ ਮੋਬਾਈਲ ਐਪ। ਇਹਦੇ ਬਾਰੇ ਆਪਾਂ ਗੱਲ ਕੀਤੀ ਸੀ ਜਦੋਂ ਮੈਂ ਤੁਹਾਨੂੰ ਕਰੰਟ ਅਫੇਅਰ ਰਿਵੀਜ਼ਨ ਦਾ ਇੱਕ ਸੈਸ਼ਨ ਕਰਵਾਇਆ ਸੀ। ਸੋ ਈ ਛਾਉਣੀ ਪੋਰਟਲ ਇਹਨੂੰ ਯੂਨੀਅਨ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਲਾਂਚ ਕੀਤਾ। ਇਹਦੇ ਅੰਦਰ ਜੋ ਵੀ ਲੋਕ ਨੇ ਉਹਨਾਂ ਨੂੰ ਕੰਟੇਨਮੈਂਟ ਬੋਰਡਸ ਬਾਰੇ, ਜਿੰਨੇ ਵੀ ਰੈਜ਼ੀਡੈਂਟ ਨੇ ਕੰਟੇਨਮੈਂਟ ਬੋਰਡ ਤੇ, ਉਹਨਾਂ ਬਾਰੇ ਸਿਵਿਕ ਸਰਵਿਸਿਜ਼ ਦੀ ਜਾਣਕਾਰੀ ਦਿੱਤੀ ਜਾਊਗੀ ਪੂਰੇ ਇੰਡੀਆ ਦੇ ਅੰਦਰ। ਨੈਕਸਟ ਹੈ ਉਦਯਮ ਸਾਰਥੀ ਐਪ। ਇਹਨੂੰ ਯੂਪੀ ਦੇ ਮੁੱਖ ਮੰਤਰੀ ਨੇ ਲਾਂਚ ਕੀਤਾ ਸੀ। ਸੋ ਇਹਦੇ ਅੰਦਰ ਜਿੰਨੀ ਵੀ ਸਟੇਟ ਦੇ ਵਿੱਚ ਇੰਡਸਟਰੀਜ਼ ਨੇ ਉਹਨਾਂ ਨੂੰ ਲੈ ਕੇ ਜੋ ਵੀ ਜੌਬ ਵੇਕੈਂਸੀਜ਼ ਨੇ, ਖਾਲੀ ਨੇ, ਜਾਂ ਜੇ ਕਿਸੇ ਨੇ ਕੋਈ ਸੈਲਫ ਇੰਪਲੋਇਮੈਂਟ ਕਰਨੀ ਹੈ ਤਾਂ ਉਹਨੂੰ ਲੈ ਕੇ ਕੋਈ ਜਾਣਕਾਰੀ ਚਾਹੀਦੀ ਹੈ, ਬੇਸਿਕਲੀ ਇੰਪਲੋਇਮੈਂਟ ਜਨਰੇਸ਼ਨ ਨੂੰ ਟਾਰਗੇਟ ਕਰਦੇ ਹੋਏ ਇਸ ਐਪ ਨੂੰ ਲਾਂਚ ਕੀਤਾ ਸੀਐਮ ਆਫ ਯੂਪੀ ਨੇ। ਨੈਕਸਟ ਹੈ ਡਿਜੀਟਲ ਓਸ਼ਨ। ਸੋ ਇਹਦੇ ਅੰਦਰ ਓਸ਼ਨ ਡੇਟਾ ਮੈਨੇਜਮੈਂਟ ਕੀਤੀ ਜਾਂਦੀ ਹੈ, ਉਹਦੇ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਗਿਆ ਹੈ ਐਂਡ ਇਹਨੂੰ ਲਾਂਚ ਕੀਤਾ ਯੂਨੀਅਨ ਮਿਨਿਸਟਰ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਸਾਇੰਸ ਐਂਡ ਟੈਕਨੋਲੋਜੀ, ਅਰਥ ਸਾਇੰਸ, ਡਾਕਟਰ ਹਰਸ਼ਵਰਧਨ। ਈ ਸੰਪਦਾ ਮਿਨਿਸਟਰ ਆਫ ਸਟੇਟ ਫॉर ਹਾਊਸਿੰਗ ਐਂਡ ਅਰਬਨ ਅਫੇਅਰ ਹਰਦੀਪ ਸਿੰਘ ਪੁਰੀ ਦੇ ਦੁਆਰਾ ਲਾਂਚ ਕੀਤਾ ਗਿਆ। ਇੱਕ ਇਹੋ ਜਿਹਾ ਸਿੰਗਲ ਪਲੇਟਫਾਰਮ ਹੈ ਜਿਹਦੇ ਅੰਦਰ ਜਿੰਨੀ ਵੀ ਭਾਰਤ ਸਰਕਾਰ ਦੀ ਐਸਟੇਟ ਸਰਵਿਸਿਜ਼ ਨੇ ਉਹਨਾਂ ਨੂੰ ਮੈਨੇਜ ਕੀਤਾ ਜਾ ਰਿਹਾ ਹੈ। ਸੋ ਇੱਕ ਸਿੰਗਲ ਪਲੇਟਫਾਰਮ ਇਹ ਪੂਰਾ ਕੰਮ, ਇਹ ਪੂਰਾ ਪਰਪਸ ਐਸਟੇਟ ਮੈਨੇਜਮੈਂਟ ਦਾ ਸਰਵ ਕਰ ਰਿਹਾ ਹੈ। ਨੈਕਸਟ ਹੈ PR ਇਨਸਾਈਟ। ਪੰਜਾਬ ਗਵਰਨਮੈਂਟ ਨੇ ਇਹ ਇੰਪੋਰਟੈਂਟ ਐਪ ਲਾਂਚ ਕੀਤਾ ਹੈ। ਸੋ ਇਹ ਪੰਜਾਬ ਪਰਸਪੈਕਟਿਵ ਤੋਂ ਵੀ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਹੈ PR ਇਨਸਾਈਟ। ਇਹਦੇ ਅੰਦਰ ਕੀ ਹੈ, ਜੋ ਵੀ ਐਗਜ਼ਿਸਟਿੰਗ ਸਕੀਮ ਨੇ ਉਹਨਾਂ ਦੇ ਬੈਨੀਫਿਟ ਹਰ ਇਨਸਾਨ ਤੱਕ ਪਹੁੰਚ ਸਕਣ, ਉਹਦੀ ਪ੍ਰੋਪਰ ਐਗਜ਼ੀਕਿਊਸ਼ਨ ਹੋ ਸਕੇ, ਉਹਦੇ ਲਈ ਇੱਕ ਧਿਆਨ ਦੇਣ ਦੇ ਲਈ, ਉਸ ਪ੍ਰੋਪਰ ਸਕੀਮ ਦੀ ਐਗਜ਼ੀਕਿਊਸ਼ਨ ਦੇ ਲਈ ਪੰਜਾਬ ਸਰਕਾਰ ਦੇ ਦੁਆਰਾ ਇਸ ਐਪ ਨੂੰ ਲਾਂਚ ਕੀਤਾ ਗਿਆ। ਨੈਕਸਟ ਹੈ ਅਭਿਯਮ ਐਪ। ਆਂਧਰਾ ਪ੍ਰਦੇਸ਼ ਗਵਰਨਮੈਂਟ ਵਿਮਨ ਟਰੈਵਲਰਸ ਦੀ ਸੇਫਟੀ ਦੇ ਲਈ ਇਸ ਐਪ ਨੂੰ ਲਾਂਚ ਕੀਤਾ, ਜਿਹੜੀਆਂ ਵੀ ਮਹਿਲਾਵਾਂ ਆਟੋਜ਼ ਜਾਂ ਟੈਕਸੀਜ਼ ਦੇ ਜ਼ਰੀਏ ਟਰੈਵਲ ਕਰਦੀਆਂ ਨੇ। ਜੀਵਨ ਸੇਵਾ ਐਪ ਸਤਿੰਦਰ ਜੈਨ ਜੋ ਹੈਲਥ ਮਿਨਿਸਟਰ ਨੇ ਦਿੱਲੀ ਦੇ। ਦੈਨ ਆਯੁਸ਼ ਸੰਜੀਵਨੀ ਮੋਬਾਈਲ ਐਪ। ਸੋ ਇਹ ਉਰੇ ਰਿਪੀਟ ਹੋ ਰਿਹਾ, ਜਿਹੜਾ ਆਯੁਸ਼ ਸੰਜੀਵਨੀ ਮੋਬਾਈਲ ਐਪ ਹੈ ਇਹਨੂੰ ਜਿਹੜਾ ਪਾਰਟਿਕੂਲਰਲੀ ਇਹ ਵਾਲਾ ਸੰਜੀਵਨੀ ਮੋਬਾਈਲ ਐਪ ਹੈ, ਇਹਦਾ ਕੋਵਿਡ-19 ਪੈਂਡੈਮਿਕ ਦੇ ਦੌਰਾਨ ਸਪੈਸ਼ਲੀ ਫੋਕਸ ਰਿਹਾ ਹੈ ਕਿ ਕਰੋਨਾ ਮਹਾਮਾਰੀ ਤੋਂ ਕਿਵੇਂ ਬਚਿਆ ਜਾ ਸਕੇ। ਸੋ ਆਯੁਸ਼ ਜਿਹੜੀ ਇੱਕ ਅਲੱਗ ਤੋਂ ਮਿਨਿਸਟਰੀ ਹੈ, ਡਿਪਾਰਟਮੈਂਟ ਹੈ, ਉਹਨੇ ਆਪਣਾ ਟਾਈਮ ਟੂ ਟਾਈਮ ਇਹਦੇ ਵਿੱਚ ਡੇਟਾ ਦਿੱਤਾ, ਲੋਕਾਂ ਨੂੰ ਜਾਗਰੂਕਤਾ ਪੈਦਾ ਕੀਤੀ। ਸੋ it is related to its impact on prevention of COVID-19. Next ਹੈ COVID Beep app. ਸੋ ਇਹਦੇ ਅੰਦਰ ਅਲੱਗ-ਅਲੱਗ ਪੈਰਾਮੀਟਰਸ ਨੇ ਜਿਹੜੇ ਆਪਾਂ ਮੈਜ਼ਰਸ ਕਰ ਸਕਦੇ ਹਾਂ ਇਸ ਐਪ ਦੇ ਅੰਦਰ, ਜਿਵੇਂ ਬੋਡੀ ਟੈਂਪਰੇਚਰ, ਬਲੱਡ ਆਕਸੀਜਨ ਸੈਚੂਰੇਸ਼ਨ, ਹਾਰਟ ਬੀਟ। ਸੋ ਕੋਵਿਡ-19 ਪੈਂਡੈਮਿਕ ਦੇ ਦੌਰਾਨ ਨਾਰਥ ਈਸਟਰਨ ਰੀਜਨਸ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ। ਈ ਬਲੱਡ ਸਰਵਿਸਿਜ਼ ਮੋਬਾਈਲ ਐਪ। With the help of this app, 4 units of blood can be demanded at a time and blood bank will wait for as long as 12 hours for the person to collect it. So e-blood service ਦੇ ਅੰਦਰ ਕਿਸੇ ਨੂੰ ਵੀ ਜੇ ਖੂਨ ਚਾਹੀਦਾ ਹੈ ਤਾਂ 4 ਯੂਨਿਟ ਬਲੱਡ ਦੇ ਮਿਲਣਗੇ ਨੇੜੇ ਦੇ ਕਿਸੇ ਵੀ ਬਲੱਡ ਬੈਂਕ ਤੋਂ। ATL ਐਪ ਡਿਵੈਲਪਮੈਂਟ ਮੋਡਿਊਲ ਵੈਰੀ ਇੰਪੋਰਟੈਂਟ, ਇਹਨੂੰ ਲਾਂਚ ਕੀਤਾ ਨੀਤੀ ਆਯੋਗ ਨੇ। ਸੋ ਇਹਦੇ ਅੰਦਰ ਅਲੱਗ-ਅਲੱਗ ਪ੍ਰੋਜੈਕਟ ਬੇਸਡ ਲਰਨਿੰਗ ਮੋਡਿਊਲਸ ਨੇ, ਆਨਲਾਈਨ ਮੈਂਟਰਿੰਗ ਸੈਸ਼ਨਸ ਨੇ। ਬੱਚਿਆਂ ਨੂੰ ਇੱਕ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਅਲੱਗ-ਅਲੱਗ ਇੰਡੀਅਨ ਲੈਂਗੁਏਜਸ ਦੇ ਅੰਦਰ। ਇਹਦੇ ਅੰਦਰ ਬੱਚੇ ਆਪਣਾ ਜਿਹੜਾ ਟੈਲੈਂਟ ਹੈ ਉਹਨੂੰ ਸ਼ੋਕੇਸ ਕਰ ਸਕਦੇ ਨੇ, ਉਹਨੂੰ ਬਾਹਰ ਕੱਢ ਸਕਦੇ ਨੇ। ਨੈਕਸਟ ਹੈ ਆਵਾਸ ਐਪ। ਆਵਾਸ ਹਾਊਸਿੰਗ ਤੇ ਅਰਬਨ ਅਫੇਅਰ ਮਿਨਿਸਟਰੀ ਦੇ ਦੁਆਰਾ ਲਾਂਚ ਕੀਤਾ ਗਿਆ। ਨੈਕਸਟ ਹੈ ਹਰੀਪਤ ਐਪ। ਰੋਡ ਟਰਾਂਸਪੋਰਟ ਐਂਡ ਹਾਈਵੇ ਦੇ ਯੂਨੀਅਨ ਮਿਨਿਸਟਰ ਨੇ ਇਹਨੂੰ ਲਾਂਚ ਕੀਤਾ। ਇਹਦੇ ਅੰਦਰ ਇੱਕ ਟਰੈਕ ਰੱਖਿਆ ਜਾਂਦਾ ਕਿ ਜਿੰਨੇ ਵੀ ਨੈਸ਼ਨਲ ਹਾਈਵੇਜ਼ ਨੇ ਦੇਸ਼ ਦੇ, ਸਾਰੇ ਹਾਈਵੇਜ਼ ਦੇ ਟਰੈਕਸ ਦੇ ਉੱਤੇ ਪ੍ਰੋਪਰ ਟਰੀ ਪਲਾਂਟੇਸ਼ਨ ਹੋਣੀ ਚਾਹੀਦੀ ਹੈ। ਨੈਕਸਟ ਹੈ ਆਏ ਰਖਵਾਲੀ ਗਵਰਨਮੈਂਟ ਆਫ ਪੰਜਾਬ।
ਸੋ ਅਗੇਨ ਇਹ ਪੰਜਾਬ ਪਰਸਪੈਕਟਿਵ ਤੋਂ ਆਪਣੇ ਲਈ ਬਹੁਤ ਇੰਪੋਰਟੈਂਟ ਹੈ। ਪੰਜਾਬ ਸਰਕਾਰ ਦਾ ਇੱਕ ਇਨੀਸ਼ੀਏਟਿਵ ਸੀ ਕਿ ਸਟੇਟ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਗ੍ਰੀਨਰੀ ਇਨਕਰੀਜ਼ ਕਰਨੀ ਹੈ, ਜ਼ਿਆਦਾ ਤੋਂ ਜ਼ਿਆਦਾ ਟਰੀਜ਼ ਲਗਾਉਣੇ ਨੇ। ਸੋ to boost the state government's motto to protect greenery and environment, this app has been launched by Punjab government. 26 PM Swanidhi app, Prime Minister Street Vendor Atam Nirbhar। ਸੋ ਇਹ ਜਿਹੜਾ ਐਪ ਹੈ ਇਹਦੀ ਫੁੱਲ ਫਾਰਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਇਹਦੀ ਫੁੱਲ ਫਾਰਮ ਐਜ਼ ਇਟ ਇਜ਼ ਐਗਜ਼ਾਮ ਚ ਆਉਣ ਦੇ ਬਹੁਤ ਜ਼ਿਆਦਾ ਹਾਈ ਚਾਂਸਿਸ ਹੈ। This was launched by Ministry of Housing and Urban Affairs Secretary Durga Shankar Mishra to provide a paperless micro credit facility for street vendor। ਸੋ ਜੋ ਵੀ ਆਪਣੀ ਗਲੀਆਂ ਦੇ ਵਿੱਚ ਕੋਈ ਸਮਾਨ ਵੇਚਣ ਆਉਂਦੇ ਨੇ ਉਹਨਾਂ ਦੇ ਲਈ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਮਾਈਕਰੋ ਕ੍ਰੈਡਿਟ ਉਹਨਾਂ ਨੂੰ ਲੋਨ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਜਿਹੜਾ ਐਪ ਹੈ ਸਪੈਸ਼ਲੀ ਟਾਰਗੇਟ ਕਰ ਰਿਹਾ ਹੈ ਸਟਰੀਟ ਵੈਂਡਰਸ ਨੂੰ ਸੈਲਫ ਡਿਪੈਂਡੈਂਟ ਬਣਾਉਣ ਦੇ ਲਈ। ਈ ਕਿਸਾਨ ਧਨ ਐਪ HDFC ਬੈਂਕ ਫਾਰਮਰਸ ਦੀ ਸਪੋਰਟ ਦੇ ਲਈ। ਐਲੀਮੈਂਟਸ ਐਪ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਨੇ ਲਾਂਚ ਕੀਤਾ। ਸੋ ਇੰਡੀਆ ਦਾ ਪਹਿਲਾ ਇਹ ਆਪਣਾ ਸੁਪਰ ਐਪ ਹੈ ਸੋਸ਼ਲ ਮੀਡੀਆ ਐਪ। ਸੋ ਇਹ ਵੀ ਬਾਰ-ਬਾਰ ਕੁਐਸਚਨ ਰਿਪੀਟ ਹੋ ਰਿਹਾ ਹੈ, ਪਿਛਲੇ ਇੱਕ ਦੋ ਪੇਪਰ ਵਿੱਚ ਆਲਰੇਡੀ ਆ ਚੁੱਕਿਆ ਹੈ that what is the name of India's first social media app। ਸੋ ਉਹਦਾ ਨਾਮ ਹੈ ਐਲੀਮੈਂਟਸ ਐਪ ਤੇ ਇਹਨੂੰ ਲਾਂਚ ਕਿਨੇ ਕੀਤਾ, ਪਰਪਸ ਕੀ ਹੈ। ਸੋ ਇਹਦੇ ਅੰਦਰ ਆਡੀਓ ਵੀਡੀਓ ਕਾਲਸ ਹੋ ਸਕਦੀਆਂ ਨੇ, ਚੈਟ ਹੋ ਸਕਦੀਆਂ ਨੇ। ਸੋ ਜਨਰਲੀ ਜੋ ਵੀ ਆਪਾਂ ਬੇਸਿਕ ਜਿਹੜੇ ਫੰਕਸ਼ਨ ਪਰਫਾਰਮ ਕਰਦੇ ਆ ਕਿਸੇ ਵੀ ਸੋਸ਼ਲ ਮੀਡੀਆ ਐਪ ਤੇ ਉਹ ਸਾਰੇ ਐਲੀਮੈਂਟਸ ਐਪ ਦੇ ਵਿੱਚ ਹੋ ਸਕਦੇ ਨੇ। ਨੈਕਸਟ ਇਜ਼ ਸੈਲਫ ਸਕੈਨ ਐਪ ਟੂ ਸਕੈਨ ਡਾਕੂਮੈਂਟ। ਇਹਨੂੰ ਕੈਮ ਸਕੈਨਰ ਆਪਾਂ ਨੂੰ ਪਤਾ ਹੈ ਜਦੋਂ ਬਾਰ-ਬਾਰ ਚਾਈਨਾ ਤੋਂ ਕੁਝ ਐਪਸ ਟਾਈਮ ਟੂ ਟਾਈਮ ਇੰਡੀਅਨ ਗਵਰਨਮੈਂਟ ਬੈਨ ਕਰਦੀ ਹੈ ਤਾਂ ਉਹਦੇ ਵਿੱਚ ਰੀਸੈਂਟਲੀ ਕੈਮ ਸਕੈਨਰ ਐਪ ਦਾ ਨਾਮ ਆਇਆ ਸੀ। ਸੋ ਕੈਮ ਸਕੈਨਰ ਐਪ ਦਾ ਇੱਕ ਆਲਟਰਨੇਟਿਵ ਦਿੱਤਾ ਹੈ ਵੈਸਟ ਬੰਗਾਲ CM ਮਮਤਾ ਬੈਨਰਜੀ ਨੇ, ਜਿਹਦਾ ਨਾਮ ਹੈ ਸੈਲਫ ਸਕੈਨ ਐਪ। Next is Yuva Pay app। So this was launched by Yes Bank। ਜਿੰਨੇ ਵੀ ਬੈਂਕਸ ਦੇ ਦੁਆਰਾ ਐਪ ਲਾਂਚ ਕੀਤੇ ਜਾਂਦੇ ਨੇ ਇਹਨਾਂ ਦੇ ਉੱਤੇ ਤੁਸੀਂ ਸਪੈਸ਼ਲ ਫੋਕਸ ਦੇਣਾ ਹੈ, ਇਹੀ ਐਗਜ਼ਾਮ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਨੇ। So for providing contactless payment service to customer, then ਹਿੰਮਤ ਪਲੱਸ ਐਪ ਇਹਨੂੰ ਲਾਂਚ ਕੀਤਾ ਹੈ ਦਿੱਲੀ ਪੁਲਿਸ ਨੇ। ਸੋ ਕੈਬਸ ਵਗੈਰਾ ਦੇ ਵਿੱਚ ਜੋ ਵੀ ਲੋਕ ਸਫ਼ਰ ਕਰਦੇ ਨੇ ਉਹਨਾਂ ਦੀ ਪ੍ਰੋਪਰ ਸੇਫਟੀ ਸਿਕਿਉਰਿਟੀ ਦੇ ਲਈ ਉਸ ਚੀਜ਼ ਨੂੰ ਇਨਸ਼ੋਰ ਕਰਨ ਦੇ ਲਈ ਉਹਨਾਂ ਦੀ ਸੇਫ ਜਰਨੀ ਨੂੰ ਹਿੰਮਤ ਪਲੱਸ ਐਪ ਲਾਂਚ ਕੀਤਾ ਹੈ। PM ਕਿਸਾਨ ਮੋਬਾਈਲ ਐਪ। ਸੋ ਇਹ ਤਾਂ ਆਪਾਂ ਬਹੁਤ ਵਾਰੀ ਨਿਊਜ਼ ਵਿੱਚ ਸੁਣਦੇ ਹਾਂ, ਇਸ ਸਕੀਮ ਬਾਰੇ ਵੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ। ਇਹਨੂੰ ਲਾਂਚ ਕੀਤਾ ਹੈ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਨੇ। ਦੈਨ CBSE ECL, CBSE ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ। Students easily अपना examination center ਲੱਭ ਸਕਣ and also they can see the distance between current location and examination center। This mobile app had been launched। Then Fuel Humsafar ਇਹਨੂੰ launch ਕੀਤਾ Ministry of Labor and Employment ਨੇ। Money Mobile Aided Note Identifier ਇਹਦੀ full form ਬਹੁਤ ਹੀ ਜ਼ਿਆਦਾ important ਹੈ and this was launched by our Apex Central Bank Reserve Bank of India। ਜੋ ਵੀ ਲੋਕ ਵਿਜ਼ੂਅਲੀ ਇੰਪੇਅਰਡ ਨੇ, ਜੋ ਦੇਖ ਨਹੀਂ ਸਕਦੇ, ਕਿਸੇ ਵੀ ਕਰੰਸੀ ਨੋਟ ਦੀ ਡਿਨੋਮੀਨੇਸ਼ਨ ਕਿ ਇਹ ਨੋਟ ਕਿੰਨੇ ਰੁਪਏ ਦਾ ਹੈ, ਇਹ 10 ਦਾ ਨੋਟ ਹੈ, ਇਹ 100 ਦਾ ਨੋਟ ਹੈ, 50 ਦਾ ਹੈ, ਉਸ ਚੀਜ਼ ਨੂੰ ਕੋਈ ਵੀ ਇਹੋ ਜਿਹਾ ਇਨਸਾਨ ਜਿਹੜਾ ਦੇਖ ਨਹੀਂ ਸਕਦਾ ਉਹ ਆਈਡੈਂਟੀਫਾਈ ਕਰ ਸਕਦਾ ਹੈ ਇਸ ਮੋਬਾਈਲ ਐਪ ਦੇ ਜ਼ਰੀਏ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। So next is 36 Defence Expo 2020। This was launched by Defence Minister Rajnath Singh। Next come Audible Suno। This is very important। ਇਹਨੂੰ launch ਕੀਤਾ ਸੀ Amazon audiobook company Audible ਨੇ। Next is Web Portal and e-Gana app। This was launched by Chief Minister of UP Yogi Adityanath Ministry। Next is M Haryali। So M Haryali is very very important। ਇਹਦੇ ਐਗਜ਼ਾਮ ਵਿੱਚ ਆਉਣ ਦੇ ਬਹੁਤ ਜ਼ਿਆਦਾ ਹਾਈ ਚਾਂਸਸ ਨੇ ਕਿਉਂਕਿ ਬਾਰ-ਬਾਰ ਨਿਊਜ਼ ਦੇ ਵਿੱਚ ਰਹਿ ਰਿਹਾ ਸੀ ਐਪ। ਸੋ M Haryali ਨੂੰ ਲਾਂਚ ਕੀਤਾ ਸੀ ਟਰੀ ਪਲਾਂਟੇਸ਼ਨ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਇਨਵੋਲਵ ਕਰਨ ਦੇ ਲਈ, ਐਨਕਰੇਜ ਕਰਨ ਦੇ ਲਈ ਕਿ ਉਹ ਏਫੋਰੈਸਟੇਸ਼ਨ ਕਰਨ, ਵਾਤਾਵਰਣ ਨੂੰ ਬਚਾਉਣ ਦੇ ਲਈ। ਸੋ ਇਸ ਚੀਜ਼ ਦੀ ਐਨਕਰੇਜਮੈਂਟ ਦੇ ਲਈ ਹਾਊਸਿੰਗ ਤੇ ਅਰਬਨ ਪਾਵਰਟੀ ਐਲੀਵੇਸ਼ਨ ਮਿਨਿਸਟਰੀ ਦੇ ਦੁਆਰਾ M Haryali ਲਾਂਚ ਕੀਤਾ ਗਿਆ। So to encourage public engagement in planting trees and other such green drive। Next is Sayatri। This was launched by Indian Railways। ਸੋ ਜਿਹੜੇ ਵੀ ਕਿਸੇ ਇਨਸਾਨ ਨੂੰ ਜੋ ਰੇਲਵੇ ਦੇ ਦੁਆਰਾ ਸਫ਼ਰ ਕਰਦੇ ਨੇ, ਜੇ ਉਹਨਾਂ ਦੀ ਕੋਈ ਕੰਪਲੇਂਟ ਹੈ
ਕੋਈ ਵੀ ਉਹਨਾਂ ਨੂੰ ਰੇਲਵੇ ਦੇ ਸਫ਼ਰ ਦੇ ਦੌਰਾਨ ਕੋਈ ਬੁਕਿੰਗ ਦੇ ਦੌਰਾਨ ਇਸ਼ੂ ਆਉਂਦਾ ਜਾਂ ਉਹਨਾਂ ਦੀ ਕੋਈ ਵੀ ਹੋਰ ਕੰਪਲੇਂਟ ਹੈ ਸੋ ਸੈਕਟਰੀ ਦੇ ਦੁਆਰਾ ਲੋਕ ਆਪਣੇ ਘਰੇ ਬੈਠੇ ਆਨਲਾਈਨ ਫਾਈਲ ਕਰ ਸਕਦੇ ਨੇ ਆਪਣੀਆਂ ਕੰਪਲੇਂਟਸ so people can file their complaint regarding the issues they face in the railway so this was launched by Indian Railway so exam ਦੇ ਵਿੱਚ ਤੁਹਾਨੂੰ ਡਾਇਰੈਕਟਲੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਡਿਪਾਰਟਮੈਂਟ ਦੇ ਨਾਲ ਰਿਲੇਟਡ ਹੈ ਸੋ ਉੱਥੇ ਤੁਹਾਨੂੰ ਵਾਟਰਵੇਜ਼ ਟੈਲੀਕਾਮ ਰੇਲਵੇ ਇਸ ਤਰ੍ਹਾਂ ਦੇ ਆਪਸ਼ਨ ਦੇਖਣ ਨੂੰ ਮਿਲਣਗੇ ਤੁਸੀਂ ਬਹੁਤ ਧਿਆਨ ਦੇ ਨਾਲ ਯਾਦ ਰੱਖਣਾ ਹੈ that CH3 is related to railway next ਹੈ ਕ੍ਰਿਸ਼ੀ ਕਿਸਾਨ ਐਪ CHC ਫਾਰਮ ਮਸ਼ੀਨਰੀ ਕੰਜ਼ਿਊਮਰ ਐਪ ਇਹਨਾਂ ਤਿੰਨਾਂ ਨੂੰ ਲਾਂਚ ਕੀਤਾ ਹੈ ਸੈਂਟਰਲ ਗਵਰਨਮੈਂਟ ਨੇ L2 Pro India mobile app. This was launched by Department for Promotion of Industry and Internal Trade. ਜਿਹੜੇ ਮੈਂ ਤੁਹਾਨੂੰ ਸਟਾਰ ਮਾਰਕ ਕਰਵਾ ਰਹੀ ਹਾਂ ਮੈਂ ਤੁਹਾਨੂੰ ਦੁਬਾਰਾ ਦੱਸ ਰਹੀ ਹਾਂ ਕਿ ਤੁਸੀਂ ਜ਼ਿਆਦਾ ਫੋਕਸ ਉਹਨਾਂ ਤੇ ਕਰਨਾ ਹੈ Uber for Tractor, Agriculture Ministry. Next is Swachh Nagar app. This is again very important Ministry of Housing and Urban Affairs. ਰੇਲ ਕੁੰਭ ਸੇਵਾ ਇਹ ਤੁਸੀਂ ਧਿਆਨ ਨਾਲ ਯਾਦ ਰੱਖਣਾ ਹੈ ਕਿ ਇਹ ਨਾਰਥ ਸੈਂਟਰਲ ਰੇਲਵੇ NCR ਦੇ ਦੁਆਰਾ ਲਾਂਚ ਕੀਤੀ ਗਈ ਹੈ ਸੋ ਲੋਕਾਂ ਨੂੰ ਜੋ ਵੀ ਕੋਈ ਡਿਵੋਟਿਸ ਕੋਈ ਕੁੰਭ ਮੇਲੇ ਵਿੱਚ ਜਾਣਾ ਚਾਹੁੰਦੇ ਸੀ ਜਿਨ੍ਹਾਂ ਨੇ ਇਲਾਹਾਬਾਦ ਪਹੁੰਚਣਾ ਸੀ ਸੋ ਉਹਨਾਂ ਦੀ ਹੈਲਪ ਕਰਨ ਦੇ ਲਈ ਨਾਰਥ ਸੈਂਟਰਲ ਰੇਲਵੇ ਨੇ ਇਹ ਰੇਲ ਕੁੰਭ ਸੇਵਾ ਸਪੈਸ਼ਲੀ ਕੁੰਭ ਮੇਲੇ ਦੇ ਲਈ ਲਾਂਚ ਕੀਤਾ ਸੀ ਕੁੰਭ ਜੀਓਫੋਨ ਰਿਲਾਇੰਸ ਜੀਓ ਰੋਸ਼ਨੀ IIT ਰੋਪੜ ਸੋ ਰੋਸ਼ਨੀ ਵੀ ਐਗਜ਼ਾਮ ਵਿੱਚ ਆਉਣ ਦੇ ਬਹੁਤ ਜ਼ਿਆਦਾ ਹਾਈ ਚਾਂਸਿਸ ਹੈ ਜੋ ਵੀ ਕੋਈ ਵਿਜ਼ੂਅਲੀ ਇੰਪੇਅਰਡ ਨੇ ਉਹਨਾਂ ਕਰੰਸੀ ਨੋਟਸ ਦੀ ਪਹਿਚਾਣ ਕਰਨ ਦੇ ਲਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਮਨੀ ਦੱਸਿਆ ਸੀ ਪਿੱਛੇ ਜਿਹੜਾ RBI ਨੇ ਲਾਂਚ ਕੀਤਾ ਉਸੇ ਤਰ੍ਹਾਂ ਇਹ ਵੀ ਸੇਮ ਕਰੰਸੀ ਨੋਟ ਪਹਿਚਾਣਨ ਦੇ ਲਈ ਵਿਜ਼ੂਅਲੀ ਇੰਪੇਅਰਡ ਲੋਕਾਂ ਦੇ ਲਈ IIT ਰੋਪੜ ਦੇ ਦੁਆਰਾ ਐਪ ਲਾਂਚ ਕੀਤਾ ਗਿਆ ਰੋਸ਼ਨੀ ਸੋ ਤੁਸੀਂ ਯਾਦ ਰੱਖਣਾ ਉੱਥੇ ਕਨਫਿਊਜ਼ ਨਹੀਂ ਹੋਣਾ ਕਿਉਂਕਿ ਦੋਨਾਂ ਦਾ ਆਬਜੈਕਟਿਵ ਸੇਮ ਹੈ ਮਨੀ ਐਪ ਦਾ ਵੀ ਰੋਸ਼ਨੀ ਐਪ ਦਾ ਵੀ ਇਹਨੂੰ ਲਾਂਚਿੰਗ ਅਥਾਰਟੀਜ਼ ਇਹਦੇ ਵਿੱਚ ਡਿਫਰੈਂਸ ਹੈ ਸੋ ਉਹਨੂੰ ਲਾਂਚ ਕੀਤਾ ਸੀ ਰਿਜ਼ਰਵ ਬੈਂਕ ਆਫ ਇੰਡੀਆ ਐਂਡ ਦਿਸ ਵਾਸ ਲਾਂਚਡ ਬਾਈ IIT ਰੋਪੜ ਸੋ ਯੂ ਮਸਟ ਰਿਮੈਂਬਰ ਦਿਸ ਡਿਫਰੈਂਸ ਨੈਕਸਟ ਇਜ਼ ਡਿਜੀਕॉप ਚੇਨਈ ਪੁਲਿਸ ਖੇਲੋ ਇੰਡੀਆ PM ਨਰਿੰਦਰ ਮੋਦੀ ਨਿਆਏ ਬੰਧੂ ਡਿਪਾਰਟਮੈਂਟ ਆਫ ਜਸਟਿਸ ਨੈਕਸਟ ਹੈ PMJ ਜਿਹੜੀ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਹੈ ਬੇਸਿਕਲੀ ਉਹਦਾ ਹੀ ਇੱਕ ਆਨਲਾਈਨ ਪਲੇਟਫਾਰਮ ਹੈ ਮੋਬਾਈਲ ਐਪ ਦੀ ਫਾਰਮ ਦੇ ਵਿੱਚ ਤੇ ਇਹਨੂੰ ਲਾਂਚ ਕੀਤਾ ਹੈ ਇਸੇ ਯੋਜਨਾ ਦੇ ਚੀਫ ਐਗਜ਼ੀਕਿਊਟਿਵ ਆਫਿਸਰ CEO ਇੰਦੂ ਭੂਸ਼ਣ ਜੀ ਨੇ ਇਹਦੇ ਵਿੱਚ ਬੇਸਿਕਲੀ ਕੀ ਕਰਨਾ ਹੈ ਜੇ ਕਿਸੇ ਨੇ ਵੀ ਇਸ ਯੋਜਨਾ ਦਾ ਲਾਭ ਉਠਾਉਣਾ ਇਹ ਦੇਖਣਾ ਕਿ ਉਹ ਇਸ ਯੋਜਨਾ ਦੇ ਲਈ ਐਲੀਜੀਬਲ ਨੇ ਜਾਂ ਨਹੀਂ ਤਾਂ ਉਹਨਾਂ ਨੇ ਕੀ ਕਰਨਾ ਹੈ ਸਿਰਫ ਇਸ ਮੋਬਾਈਲ ਐਪ ਵਿੱਚ ਜਾਣਾ ਆਪਣਾ ਨਾਮ ਭਰਨਾ ਹੈ ਆਪਣੇ ਪਿੰਡ ਸ਼ਹਿਰ ਦਾ ਨਾਮ ਨਾਲ ਹੀ ID ਡਿਟੇਲ Next is One Delhi app, Delhi Government, Shiksha Vani launched by CBSE, Voter Turnout app, ECI, Election Commission of India. Now comes very important Umang app. So ਇਹਨੂੰ launch ਕੀਤਾ ਹੈ ਇਹ launching authority ਦਾ ਨਾਮ ਬਹੁਤ ਜ਼ਿਆਦਾ important ਹੈ Ministry of Electronic and Information Technology IT and National E-Governance Division. Veer Parivar app, Central Government, E-Collab DDS, Government of India, E-Dharti app. ਜਿੰਨੀਆਂ ਵੀ 3 ਮੋਡਿਊਲ ਦੀਆਂ ਕਨਵਰਜਨ ਸਬਸਟੀਟਿਊਸ਼ਨ ਮਿਊਟੇਸ਼ਨ ਨੇ ਜੋ ਵੀ ਪ੍ਰੋਪਰਟੀ ਦੇ ਨਾਲ ਰਿਲੇਟਡ ਨੇ ਜਿੰਨੀਆਂ ਵੀ ਇਹ ਸਰਵਿਸਿਜ਼ ਨੇ ਇਹਨਾਂ ਸਾਰਿਆਂ ਨੂੰ ਆਨਲਾਈਨ ਇੱਕ ਪਲੇਟਫਾਰਮ ਮਿਲ ਚੁੱਕਿਆ ਹੈ ਜਿਹਦਾ ਨਾਮ ਹੈ E-Dharti ਐਪ ਇਹਨੂੰ ਲਾਂਚ ਕੀਤਾ ਹੈ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਨੇ ਨੈਕਸਟ ਹੈ ਆਬਜ਼ਰਵਰ ਐਪ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦੁਆਰਾ ਇਹਨੂੰ ਲਾਂਚ ਕੀਤਾ ਗਿਆ C-Vigil Election Commission of India Bolo app this was launched by Google this is very important Next is E-Pathshala, Ministry of HRD, Human Resource Development and National Council of Educational Research and Training. So ਇਹਦੇ ਦੁਆਰਾ ਜਿਹੜੇ ਬੱਚੇ ਨੇ ਉਹ ਜਿਹੜੇ ਸਕੂਲ ਗੋਇੰਗ ਸਟੂਡੈਂਟਸ ਨੇ ਬੇਸਿਕਲੀ ਉਹ ਆਪਣੀ ਡਿਜੀਟਲ ਟੈਕਸਟ ਬੁੱਕ ਹਰ ਕਲਾਸ ਦੇ ਲਈ ਆਨਲਾਈਨ ਐਕਸੈਸ ਕਰ ਸਕਦੇ ਨੇ ਨਾਲ ਹੀ ਜਿਹਨਾਂ ਨੇ ਕਿਸੇ ਹੋਰ ਕੰਟੈਸਟ ਵਿੱਚ ਵਰਕਸ਼ਾਪ ਵਿੱਚ ਪਾਰਟਿਸਿਪੇਟ ਕਰਨਾ ਤੇ ਉਹਨਾਂ ਨੂੰ ਕੋਈ ਵੀ ਹੋਰ ਲਰਨਿੰਗ ਮਟੀਰੀਅਲ ਚਾਹੀਦਾ ਤਾਂ ਇਸ ਐਪ ਦੇ ਜ਼ਰੀਏ ਉਹਨਾਂ ਨੂੰ ਹਰ ਤਰ੍ਹਾਂ ਦਾ ਮਟੀਰੀਅਲ ਮਿਲ ਜੂਗਾ Shiksha Setu, Government of Haryana, Air Seva 2.0, Ministry of Civil Aviation, and last app, Apurti, Ministry of Railway, very important. ਜਿਨ੍ਹਾਂ ਨੇ ਵੀ ਇੰਡੀਅਨ ਰੇਲਵੇਜ਼ ਦੀ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਲਈ ਆਕਸ਼ਨ ਕਰਨੀ ਹੈ ਬੋਲੀ ਲਗਾਉਣੀ ਹੈ ਕੋਈ ਸਰਕਾਰੀ ਟੈਂਡਰ ਖਰੀਦਣਾ ਹੈ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਡੇਟਾ ਆਫਰ ਇਨਫੋਰਮੇਸ਼ਨ Apurti ਐਪ ਦੇ ਜ਼ਰੀਏ ਮਿਲਦਾ ਹੈ so this was launched by Ministry of Railway this is again very important. So today in this first part, I am covering only apps. In next part 2,
I'll be taking up important portals launched by Indian government or state governments from time to time in the year 2021. Till then, good luck.